ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਦਨ ਕੁਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਅਰਦਾਸ। ਸ਼੍ਰੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤ ਤਵਲ ਆਕਾਸ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤ ਤਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਨੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਰਚਨਾ ਜਪਜੀ ਸਾਹਿਬ ਦੀ 8ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। ਜਪਜੀ ਸਾਹਿਬ ਤੇ ਚੱਲ ਰਹੀ ਵਿਚਾਰ ਲੜੀ ਵਿੱਚ 8ਵੀਂ 9ਵੀਂ ਅਤੇ 10ਵੀਂ 11ਵੀਂ ਪੌੜੀ ਵਿੱਚ ਅਰਥਾਤ 4 ਪੌੜੀਆਂ ਵਿੱਚ ਸੁਣਿਆ ਦੇ ਉੱਪਰ ਸੁਣਿਆ ਦੇ ਵਿਸ਼ੇ ਉੱਤੇ ਸਤਿਗੁਰੂ ਜੀ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਪੁਰਾਣੇ ਸ਼ਾਸਤਰਾਂ ਵਿੱਚ ਪੁਰਾਣੀ ਕਥਾਵਾਂ ਵਿੱਚ 9 ਪ੍ਰਕਾਰ ਦੀ ਭਗਤੀ ਲਿਖੀ ਹੋਈ, ਜਿਸ ਨੂੰ ਨਵਦਾ ਭਗਤੀ ਕਹਿੰਦੇ ਹਨ। ਔਰ ਨਵਦਾ ਭਗਤੀ ਦੇ ਵਿੱਚ ਸ਼ਰਵਣ ਸਭ ਤੋਂ ਉੱਪਰ ਹੈ। ਸ਼ਰਵਣ ਦਾ ਸ਼ਬਦੀ ਅਰਥ ਹੈ ਸੁਣਨਾ। ਉਸ ਉਪਰੰਤ
ਕੀਰਤਨ, ਸਿਮਰਨ, ਪਾਦ ਸੇਵਾ, ਪੈਰਾਂ ਦੀ ਸੇਵਾ, ਚਰਨਾਂ ਦੀ ਸੇਵਾ, ਅਰਚਨਾ, ਚੰਦਨ ਤੇ ਫੁੱਲ ਆਦਿ ਨਾਲ ਪੂਜਾ, ਵੰਦਨ, ਨਮਸਕਾਰ, ਪ੍ਰਣਾਮ ਅਤੇ ਡੰਡੌਤ ਆਦਿ ਸਖਿਆ ਸਹੀ ਭਾਵ ਅਰਥਾਤ ਮਿੱਤਰ ਭਾਵ ਨਾਲ ਆਪਣੇ ਇਸ਼ਟ ਨੂੰ ਯਾਦ ਕਰਨਾ। 8ਵਾਂ ਦਾਸਿਆ ਭਾਵ, ਸੇਵਕ ਬਣ ਕੇ, ਗੁਲਾਮ ਬਣ ਕੇ, ਦਾਸ ਬਣ ਕੇ ਆਪਣੇ ਇਸ਼ਟ ਦੇ ਅੱਗੇ ਅਰਦਾਸ ਕਰਨੀ। ਔਰ 9ਵਾਂ ਭਗਤੀ ਦਾ ਜੋ ਪ੍ਰਕਾਰ ਹੈ ਉਸ ਨੂੰ ਆਤਮ ਨਿਵੇਦਨ ਕਹਿੰਦੇ ਹਨ। ਆਪਣੇ ਆਪ ਨੂੰ ਆਪਣੇ ਇਸ਼ਟ ਦੇ ਅਰਪਣ ਕਰ ਦੇਣਾ, ਉਹਦੇ ਅੱਗੇ ਸਰੈਂਡਰ ਕਰ ਦੇਣਾ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਗੁਰਮਤਿ ਸਿਧਾਂਤ ਵਿੱਚ ਭਗਤੀ ਦੇ ਜੋ ਇਹ 9 ਪ੍ਰਕਾਰ ਹਨ, ਇਹਨਾਂ ਨੂੰ ਨਵੇਂ ਢੰਗ ਨਾਲ ਅਪਣਾਇਆ ਹੈ ਅਤੇ ਇਸ ਦੀ ਨਵੇਂ ਤਰੀਕੇ ਨਾਲ ਵਿਆਖਿਆ ਕੀਤੀ ਹੈ। ਔਰ ਸਭ ਤੋਂ ਵੱਧ ਮਹੱਤਵ ਸੁਣਨ ਤੇ ਗਾਇਨ ਕਰਨ ਨੂੰ ਦਿੱਤਾ ਹੈ। ਅਸੀਂ ਜਪਜੀ ਸਾਹਿਬ ਵਿੱਚ ਪਹਿਲਾਂ ਹੀ ਇਹ ਤੁਕ ਪੜ੍ਹ ਚੁੱਕੇ ਹਾਂ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਕਿ ਆਪਣੇ ਪ੍ਰਭੂ ਨੂੰ, ਆਪਣੇ ਪ੍ਰੀਤਮ ਨੂੰ ਪ੍ਰਸੰਨ ਕਰਨ ਵਾਸਤੇ ਉਹਦਾ ਜਸ ਗਾਇਨ ਕਰਨਾ ਚਾਹੀਦਾ ਹੈ, ਭਾਵ ਕੀਰਤਨ ਕਰਨਾ ਚਾਹੀਦਾ ਹੈ। ਕੀਰਤ ਸ਼ਬਦ ਅਰਥ ਪ੍ਰਸ਼ੰਸਾ, ਜਸ, ਸਿਫਤ, ਵਡਿਆਈ ਦੇ ਹੀ ਹਨ। ਗਾਵੀਐ ਸੁਣੀਐ, ਤੇ ਜਿੱਥੇ ਇਹ ਵਡਿਆਈ ਹੋ ਰਹੀ ਹੋਵੇ, ਜਿੱਥੇ ਆਪਣੇ ਇਸ਼ਟ ਦੀ ਪ੍ਰਸ਼ੰਸਾ ਹੋ ਰਹੀ ਹੋਵੇ, ਉੱਥੇ ਬੈਠ ਕੇ ਉਸ ਨੂੰ ਸੁਣਨਾ ਚਾਹੀਦਾ ਹੈ। ਗਾਉਣਾ ਵੀ ਚਾਹੀਦਾ ਹੈ, ਸੁਣਨਾ ਵੀ ਚਾਹੀਦਾ ਹੈ, ਤੇ ਫਿਰ ਮਨ ਵਿੱਚ ਮਨ ਰੱਖੀਏ ਭਾਵ, ਮਨ ਵਿੱਚ ਉਹਦਾ ਪ੍ਰੇਮ ਰੱਖਣਾ ਚਾਹੀਦਾ ਹੈ, ਪ੍ਰੇਮ ਨੂੰ ਹਿਰਦੇ ਵਿੱਚ ਵਸਾਉਣਾ ਚਾਹੀਦਾ ਹੈ। ਜੇ ਇਹ 3 ਚੀਜ਼ਾਂ ਕਰ ਲਈਏ ਤਾਂ ਮਹਾਰਾਜ ਜੀ ਕਹਿੰਦੇ ਨੇ ਕਿ ਦੁੱਖ ਪਰ ਹਰ ਦੁੱਖ ਚਲੇ ਜਾਂਦੇ ਨੇ, ਸੁੱਖ ਘਰ ਲੈ ਜਾਏ, ਸੁੱਖਾਂ ਦਾ ਨਿਵਾਸ ਸਾਡੇ ਅੰਦਰ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਮਹਾਰਾਜ ਜੀ ਨੇ 6ਵੀਂ ਪੌੜੀ ਦੇ ਅਖੀਰ ਵਿੱਚ ਬਚਨ ਕੀਤਾ ਹੈ, ਮਤ ਵਿੱਚ ਰਤਨ ਜਵਾਹਰ ਮਾਨਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਗੁਰੂ ਦੀ ਸਿੱਖਿਆ ਸੁਣ ਲਈਏ, ਸਭ ਕੁਝ ਛੱਡ ਕੇ ਇੱਕ ਸਿੱਖਿਆ ਹੀ ਸੁਣ ਲਈਏ, ਤਾਂ ਸਾਡੀ ਬੁੱਧੀ ਰਤਨ ਜਵਾਹਰ ਤੇ ਮਾਨਿਕ ਵਰਗੇ ਮੋਤੀਆਂ ਜਿਹੀ ਕੀਮਤੀ ਬਣ ਜਾਂਦੀ ਹੈ, ਉਹਦੀ ਉੱਚੀ ਅਵਸਥਾ ਹੋ ਜਾਂਦੀ ਹੈ। ਸੋ ਕਹਿਣ ਤੋਂ ਭਾਵ ਇਹ ਹੈ ਕਿ ਗੁਰਮਤਿ ਸਿਧਾਂਤ ਵਿੱਚ ਸੁਣਨ ਤੇ ਮੰਨਣ ਦੀ ਬੜੀ ਭਾਰੀ ਮਹਾਨਤਾ ਹੈ। ਉਪਨਿਸ਼ਦਾਂ ਵਿੱਚ ਵੀ ਐਸੇ ਵਿਚਾਰ ਆਏ ਹਨ ਜਿਸ ਨੂੰ 3 ਸ਼ਬਦਾਂ ਨਾਲ ਸ਼੍ਰਵਣ, ਮਨਨ ਅਤੇ ਨਿਧਿਆਸਨ ਦੇ ਨਾਮ ਦਿੱਤੇ ਗਏ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿਰਫ ਚੁੰਚ ਗਿਆਨ ਵਿੱਚ ਆਪਣਾ ਵਿਸ਼ਵਾਸ ਨਹੀਂ ਰੱਖਿਆ, ਸਗੋਂ ਸਿਮਰਨ ਨੂੰ, ਸੁਣਨ ਨੂੰ ਤੇ ਗਾਇਨ ਕਰਨ ਨੂੰ ਆਮ ਜੀਵਨ ਦੇ ਨਾਲ ਜੋੜਿਆ ਹੈ। ਇਸ ਕਰਕੇ ਸਤਿਗੁਰੂ ਜੀ ਸਾਨੂੰ ਵਿਸਥਾਰ ਨਾਲ ਇਹਨਾਂ ਨੁਕਤਿਆਂ ਦੇ ਉੱਤੇ ਸਮਝਾਉਣ ਦਾ ਯਤਨ ਕਰ ਰਹੇ ਹਨ।
सुनिए सुन के ਅਸੀਂ सत्संग ਵਿੱਚ ਆਉਂਦੇ ਹਾਂ, कीर्तन हो रहा है, कथा हो रही है, विचार हो रहा है, अरदास हो रही है, पर साडा ध्यान ਉਹਦੇ ਨਾਲ जुड़ता नहीं, ਅਸੀਂ सुनते हैं। ਅਸੀਂ होर ਗੱਲਾਂ ਵੱਲ ਵਧੇਰੇ ध्यान ਦਿੰਦੇ ਹਾਂ, पर सतगुरु जी कह रहे हैं कि सुनने की बड़ी भारी महानता है। गुरसिख दे विच सत्संग विच आने वाले जीव लई सुनन द्वारा जिहड़ी उच्ची अवस्था प्राप्त होती है, उसका वर्णन शब्दां राही करना बहुत मुश्किल है। महाराज जी ने बाणी विच सुनन की महानता कई थावां ते दर्शाई है। वो इत्थों तक कहते हैं, आयो सुनन पढ़न को बाणी, कि ये जीव संसार विच आया ही इस करके है कि इन्हें सुनना है तो पढ़ना है। उस प्रभु की बाणी का श्रवण करना है। महाराज जी होर कहते हैं, ए सरवणों मेरेओ साचा सुनने नूं पुठाए। हे मेरे कन्नों, तुहानूं काहदे वास्ते इस दुनिया ते भेजा गया है? उस सच्चे नाम नूं सुनन वास्ते। कोट करन दीजै प्रभ प्रीतम, हर गुण सुनिए अविनाशी राम। हे प्रभु मैनू करोड़ कन दे दिओ, कोट करन कन मैनू कन दे दिओ, ताकि मैं तुहाडा जस वध तो वध सरवण कर सकां, सुन सकां। महाराज कहते सुनते पुनीत कहते पवित्र, सतगुर रिया भरपूरे। असीं रोज पढ़ते हैं आनंद साहब दे विच, सुनते पुनीत, पुनीत पवित्र, होली सेक्रेट। असीं सुनन दे नाल, बाणी नूं सुनन दे नाल भी पवित्र हुंदे हां, अते कहते पवित्र गायन करन नाल भी पवित्र हुंदे हां। सतगुर रिया भरपूरे, सतगुरु जी की अगम्मी जोत साडे अंदर जग जाती है, भरपूर हो जाती है। तो सुनन की भारी महानता गुरमुख सिद्धांत अंदर दर्शाई गई है, ਅਤੇ 4 पौड़ियां लगातार इसे ही विषय उत्ते महाराज जी ने अंकित कीतियां। इस 8वीं पौड़ी विच महाराज सानू समझा रहे हैं कि प्रभु का नाम सुनन दे नाल सानू की कुछ प्राप्त हो सकता है। वख-वख उदाहरण दे के, दृष्टांत दे के समझा रहे हैं। सुनिए सिद्ध पीर सुरनाथ। सिद्ध जोगियां का वो फिरका है, जब यूं कहिए कि योग पंथ की वो श्रेणी है जिहड़े अपने आप को बहुत ही उच्ची अवस्था के योगी मानते हैं। उन्होंने सिद्धियां प्राप्त की होंदियां ने, शक्तियां प्राप्त की होंदियां ने, योग की क्रिया द्वारा जो दिल में आए वो कर सकते हैं। महाराज जी कहते हैं कि औखे होने की लोड़ नहीं, सिद्धा वांग कठिन क्रियावां में पैण की लोड़ नहीं। गुरसिख ने जेकर उच्ची अवस्था प्राप्त करनी है तो उस सुने, वो नाम सुने, बाणी सुने, सत्संग विच आके अपने कन्नां नूं प्रभु के जस दे नाल जोड़ लवे। होर संसारिक चीज़ों वालों
ਆਪਣੇ ਕੰਨਾਂ ਨੂੰ ਮੁੰਦ ਲਵੇ, ਬੰਦ ਕਰ ਲਵੇ ਅਤੇ ਉਹਦੇ ਕੰਨਾਂ ਵਿੱਚ ਸਿਰਫ ਬਾਣੀ ਦੀ ਆਵਾਜ਼ ਪਵੇ ਤਾਂ ਉਹ ਸਿੱਧਾਂ ਵਾਲੀ ਅਵਸਥਾ ਪ੍ਰਾਪਤ ਕਰ ਸਕਦਾ ਹੈ। ਸੁਣਿਐ ਸਿੱਧ ਪੀਰ। ਇਸੇ ਤਰ੍ਹਾਂ ਹੀ ਇਸਲਾਮ ਦੇ ਵਿੱਚ ਪੀਰਾਂ ਦੀ ਬੜੀ ਮਹਾਨਤਾ ਹੈ। ਜਿਹੜੇ ਦਰਵੇਸ਼, ਜਿਹੜੇ ਫਕੀਰ ਉੱਚੀਆਂ ਸ਼ਕਤੀਆਂ ਵਾਲੇ ਮੰਨ ਲਏ ਜਾਂਦੇ ਨੇ, ਉਹਨਾਂ ਨੂੰ ਪੀਰ ਕਹਿੰਦੇ ਨੇ। ਮਹਾਰਾਜ ਜੀ ਕਹਿੰਦੇ ਨੇ ਕਿ ਭਾਈ ਤੁਹਾਨੂੰ ਪੀਰ ਬਣਨ ਦੀ ਵੀ ਲੋੜ ਨਹੀਂ, ਉਸ ਪਾਸੇ ਵੀ ਜ਼ੋਰ ਲਾਉਣ ਦੀ ਲੋੜ ਨਹੀਂ। ਜੇ ਸੁਣੋਗੇ, ਜੇ ਆਪਣੇ ਇਸ਼ਟ ਦਾ ਜਸ ਸੁਣੋਗੇ ਤਾਂ ਤੁਸੀਂ ਸੁਣਦਿਆਂ ਹੀ ਪੀਰਾਂ ਵਾਲੀ ਅਵਸਥਾ ਵਿੱਚ ਪਹੁੰਚ ਜਾਓ। ਸੁਰ ਕਹਿੰਦੇ ਹਨ ਦੇਵਤਿਆਂ ਨੂੰ। ਅਨੇਕ ਪ੍ਰਕਾਰ ਦੇ ਦੇਵਤੇ ਸਾਡੀ ਪੁਰਾਣੀ ਪਰੰਪਰਾ ਵਿੱਚ ਮੰਨੇ ਗਏ ਹਨ। ਵੇਦਾਂ ਵਿੱਚ ਔਰ ਪੁਰਾਣਿਕ ਕਥਾਵਾਂ ਵਿੱਚ ਅਨੇਕਾਂ ਦੇਵਤਿਆਂ ਦਾ ਜ਼ਿਕਰ ਆਉਂਦਾ ਹੈ। ਉਹਨਾਂ ਦੇ ਬੁੱਤ ਬਣਾ ਕੇ ਮੰਦਰਾਂ ਵਿੱਚ ਪੂਜਾ ਕੀਤੀ ਜਾਂਦੀ ਹੈ। ਉਹਨਾਂ ਨੂੰ ਪਵਿੱਤਰ ਸਮਝਿਆ ਜਾਂਦਾ ਹੈ। ਉਹਨਾਂ ਨੂੰ ਰੱਬ ਦੇ ਬਰਾਬਰ ਹੀ ਸਮਝਿਆ ਜਾਂਦਾ ਹੈ, ਰੱਬ ਹੀ ਸਮਝਿਆ ਜਾਂਦਾ ਹੈ। ਤਿੰਨ ਦੇਵਤੇ ਪ੍ਰਮੁੱਖ ਹਨ, ਜਿਨ੍ਹਾਂ ਵਿੱਚੋਂ ਇੱਕ ਬ੍ਰਹਮਾ ਹੈ, ਇੱਕ ਵਿਸ਼ਨੂੰ ਹੈ ਅਤੇ ਇੱਕ ਮਹੇਸ਼ ਹੈ, ਸ਼ਿਵ ਜੀ ਹੈ। ਐਸਾ ਖਿਆਲ ਚੱਲਦਾ ਆ ਰਿਹਾ ਹੈ ਕਿ ਬ੍ਰਹਮਾ ਸੰਸਾਰ ਨੂੰ ਬਣਾਉਣ ਵਾਲਾ ਹੈ, ਵਿਸ਼ਨੂੰ ਸੰਸਾਰ ਨੂੰ ਚਲਾਉਣ ਵਾਲਾ ਹੈ ਅਤੇ ਸ਼ਿਵ ਜਿਹੜਾ ਹੈ ਇਸ ਨੂੰ ਸਮੇਟਣ ਵਾਲਾ ਹੈ। ਇਸ ਕਰਕੇ ਦੁਨੀਆ ਇਹਨਾਂ ਦੀ ਪੂਜਾ ਵਿੱਚ ਲੱਗੀ ਹੋਈ। ਮਹਾਰਾਜ ਜੀ ਕਹਿੰਦੇ ਨੇ ਕਿ ਤੁਹਾਨੂੰ ਦੇਵਤਿਆਂ ਦੀ ਪੂਜਾ ਵਿੱਚ ਲੱਗਣ ਦੀ ਵੀ ਲੋੜ ਨਹੀਂ, ਨਾ ਤੁਹਾਨੂੰ ਦੇਵ ਅਵਸਥਾ ਪ੍ਰਾਪਤ ਕਰਨ ਲਈ ਯਤਨ ਕਰਨ ਦੀ ਕੋਈ ਲੋੜ ਹੈ। ਜੇਕਰ ਨਾਮ ਨੂੰ ਸੁਣੋਗੇ, ਬਾਣੀ ਨੂੰ ਸੁਣੋਗੇ, ਕੀਰਤਨ ਨੂੰ ਸੁਣੋਗੇ, ਬਾਣੀ ਦੀ ਵਿਚਾਰ ਨੂੰ ਸੁਣੋਗੇ ਅਤੇ ਮਨ ਵਿੱਚ ਵਸਾਓਗੇ, ਦਿਲ ਨੂੰ ਉਹਦੇ ਨਾਲ ਜੋੜੋਗੇ ਤਾਂ ਤੁਹਾਡੇ ਵਿੱਚ ਉਹ ਦੇਵਤਿਆਂ ਵਾਲੀ ਅਵਸਥਾ ਪ੍ਰਾਪਤ ਬਣ ਜਾਏਗੀ। ਨਾਥ ਵੀ ਪਹੁੰਚੇ ਹੋਏ ਜੋਗੀਆਂ ਦੇ ਫਿਰਕੇ ਗਿਣੇ ਜਾਂਦੇ ਹਨ। ਗੋਰਖਨਾਥ ਆਦਿਕ 9 ਨਾਥ ਬੜੇ ਪ੍ਰਸਿੱਧ ਹਨ ਔਰ ਪਹਾੜਾਂ ਦੇ ਵਿੱਚ ਇਹਨਾਂ ਦੇ ਅਨੇਕਾਂ ਮੰਦਰ ਹਨ। ਬਦਰੀਨਾਥ ਹੈ, ਕੇਦਾਰਨਾਥ ਹੈ, ਹੋਰ ਅਨੇਕਾਂ ਅਮਰਨਾਥ ਹੈ। ਇਹਨਾਂ ਦੇ ਅਨੇਕਾਂ ਹੀ ਸਥਾਨ ਬਣੇ ਹੋਏ ਹਨ। ਮਹਾਰਾਜ ਜੀ ਕਹਿੰਦੇ ਨੇ ਕਿ ਉਹ ਵੀ ਆਪਣੇ ਆਪ ਨੂੰ ਬੜੀ ਉੱਚੀ ਅਵਸਥਾ ਦੇ ਮਾਲਕ ਸਮਝਦੇ ਨੇ ਤੇ ਯੋਗ ਦੀਆਂ ਪ੍ਰਾਣਾਯਾਮ ਦੀਆਂ ਕਿਰਿਆਵਾਂ ਦੁਆਰਾ ਨਾਥ ਦੀ ਪਦਵੀ ਤੱਕ ਪਹੁੰਚਦੇ ਨੇ, ਜੋ ਕਿ ਬਹੁਤ ਹੀ ਇੱਕ ਕਠਿਨ ਮਾਰਗ ਹੈ। ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ ਕਿ ਭਾਈ ਕਠਿਨ ਮਾਰਗਾਂ ਵਿੱਚ ਪੈਣ ਦੀ ਲੋੜ ਨਹੀਂ, ਔਖੀਆਂ ਕਿਰਿਆਵਾਂ ਵਿੱਚ ਪੈਣ ਦੀ ਲੋੜ ਨਹੀਂ। ਸਭ ਕੁਝ ਸੁਣਨ ਨਾਲ ਹੀ ਹੋ ਸਕਦਾ ਹੈ। ਸੁਣਿਐ ਸਿੱਧ ਪੀਰ ਸੁਰਨਾਥ। ਸੁਣਨ ਦੇ ਨਾਲ ਅਧਿਆਤਮਿਕ ਜੀਵਨ ਦੀ ਉੱਚੀ ਅਵਸਥਾ ਵਿੱਚ ਅਸੀਂ ਪਹੁੰਚ ਸਕਦੇ ਹਾਂ, ਜਿਹਦੇ ਲਈ ਹੋਰ ਲੋਕ ਅਨੇਕਾਂ ਪ੍ਰਕਾਰ ਦੇ ਔਖੇ ਢੰਗ ਵਰਤਦੇ ਨੇ। ਸਾਨੂੰ ਮਹਾਰਾਜ ਜੀ ਕਹਿੰਦੇ ਸੁਣ ਕੇ ਹੀ ਸਾਨੂੰ ਉਹ ਪ੍ਰਾਪਤ ਹੋ ਜਾਂਦੀ। ਸੁਣਿਐ ਤਰਤ ਤਵਲ ਆਕਾਸ। ਜੇ ਅਸੀਂ ਆਪਣੇ ਆਪ ਨੂੰ ਸੁਣਨ ਦੇ ਨਾਲ ਪ੍ਰਸੰਗਤ ਕਰ ਲਈਏ
ਆਪਣੇ ਵਾਹਿਗੁਰੂ ਦੀ, ਅਕਾਲ ਪੁਰਖ ਦੀ, ਪਰਮਾਤਮਾ ਦੀ ਪ੍ਰਸ਼ੰਸਾ ਸੁਣਨ ਵਿੱਚ ਆਪਣੇ ਆਪ ਨੂੰ ਲਗਾ ਲਈਏ, ਮਹਾਰਾਜ ਕਹਿੰਦੇ ਕਿ ਸਾਨੂੰ ਧਰਤੀ ਦੀ ਸਮਝ ਆ ਜਾਂਦੀ। ਧਰਤੀ ਦਾ ਜੋ ਵੀ ਗਿਆਨ ਹੈ, ਪ੍ਰਿਥਵੀ ਦੇ ਜਿੰਨੇ ਵੀ ਗਿਆਨ ਦੇ ਨੁਕਤੇ ਹਨ, ਉਹ ਸਾਡੀ ਸਮਝ ਵਿੱਚ ਆ ਜਾਂਦੀ ਹੈ। ਪੁਰਾਣਿਕ ਕਥਾਵਾਂ ਵਿੱਚ ਇਹ ਕਿਹਾ ਗਿਆ ਹੈ ਕਿ ਸਾਡੀ ਜੋ ਧਰਤੀ ਹੈ, ਇਸ ਦੇ ਥੱਲੇ ਇੱਕ ਧੌਲਾ ਬਲਦ ਖਲੋਤਾ ਹੋਇਆ ਹੈ। ਉਹਦੇ ਸਿੰਗਾਂ ਦੇ ਉੱਤੇ ਇਹ ਧਰਤੀ ਖਲੋਤੀ ਹੋਈ। ਇਹ ਬਹੁਤ ਹੀ ਪ੍ਰਾਚੀਨ ਵਿਚਾਰ ਹੈ ਅਤੇ ਭਾਰੀ ਮਾਨਤਾ ਦਾ ਅਧਿਕਾਰੀ ਬਣਿਆ ਹੋਇਆ ਹੈ। ਆਮ ਲੋਕ ਇਸ ਨੂੰ ਬਹੁਤ ਹੀ ਸ਼ਰਧਾ ਨਾਲ ਮੰਨਦੇ ਨੇ ਕਿ ਧਰਤੀ ਬਲਦ ਦੇ ਸਿੰਗਾਂ ਉੱਤੇ ਖਲੋਤੀ ਹੋਈ ਹੈ, ਧੌਲੇ ਬਲਦ ਦੇ ਸਿੰਗਾਂ ਦੇ ਉੱਤੇ ਖਲੋਤੀ ਹੋਈ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਪਜੀ ਦੇ ਅੰਦਰ ਇਸ ਖਿਆਲ ਦੀ ਭਰਪੂਰ ਵਿਆਖਿਆ ਕੀਤੀ ਹੈ ਔਰ ਸਾਨੂੰ ਇਹ ਸਮਝਾਇਆ ਹੈ ਕਿ ਕੋਈ ਮਿਥਿਹਾਸਿਕ ਬਲਦ ਮੌਜੂਦ ਨਹੀਂ ਹੈ, ਸਗੋਂ ਧਰਮ ਹੀ ਉਹ ਬਲਦ ਹੈ ਜਿਸ ਦੇ ਸਹਾਰੇ ਇਹ ਪ੍ਰਿਥਵੀ ਖਲੋਤੀ ਹੋਈ। ਇਸ ਦਾ ਅੱਗੇ ਚੱਲ ਕੇ ਵਿਸਥਾਰ ਨਾਲ ਜ਼ਿਕਰ ਆਏਗਾ। ਇਸ ਪੌੜੀ ਵਿੱਚ ਮਹਾਰਾਜ ਸਿਰਫ ਇਤਨਾ ਹੀ ਇਸ਼ਾਰਾ ਕਰ ਰਹੇ ਨੇ ਕਿ ਤੁਹਾਨੂੰ ਧਰਤੀ ਅਤੇ ਧਰਤੀ ਨੂੰ ਸੰਭਾਲਣ ਵਾਲਾ ਜਿਹੜਾ ਧੌਲਾ ਬਲਦ ਹੈ, ਉਹਦੇ ਸੰਬੰਧੀ ਜੋ ਵੀ ਸੱਚਾ ਗਿਆਨ ਹੈ, ਸ਼ੁੱਧ ਗਿਆਨ ਹੈ, ਉਹ ਸੁਣ ਕੇ ਹੀ ਪ੍ਰਾਪਤ ਹੋ ਸਕਦਾ ਹੈ। ਆਪਣੇ ਪਿਆਰੇ ਦਾ ਜਸ ਸੁਣ ਕੇ, ਵਡਿਆਈ ਸੁਣ ਕੇ ਸਾਨੂੰ ਉਹ ਚੀਜ਼ਾਂ ਪ੍ਰਾਪਤ ਹੋ ਜਾਂਦੀਆਂ। ਆਕਾਸ਼, ਧਰਤੀ ਦੇ ਉੱਪਰ ਲਿਮਿਟਲੈਸ ਆਕਾਸ਼ ਹੈ, ਸਪੇਸ ਹੈ, ਸਿਤਾਰੇ ਹਨ, ਚੰਦ ਹੈ, ਸੂਰਜ ਹੈ, ਅਨੇਕਾਂ ਹੀ ਹੋਰ ਪਲੈਨਟਸ ਹਨ, ਧਰਤੀਆਂ ਹਨ, ਜਿਨ੍ਹਾਂ ਦੀ ਭਾਲ ਵਿੱਚ ਮਨੁੱਖ ਲੱਗਾ ਹੋਇਆ, ਜਿਨ੍ਹਾਂ ਦੀ ਖੋਜ ਆਦਿ ਕਾਲ ਤੋਂ ਹੀ ਮਨੁੱਖ ਦਾ ਸੁਪਨਾ ਰਹੀ ਹੈ। ਤਾਂ ਮਹਾਰਾਜ ਜੀ ਕਹਿੰਦੇ ਨੇ ਕਿ ਭਾਈ, ਜੇ ਇਸ ਗਿਆਨ ਨੂੰ ਵੀ ਤੁਸੀਂ ਸਮਝਣਾ ਹੈ ਤਾਂ ਵੀ ਤੁਸੀਂ ਸੁਣ ਕੇ ਪ੍ਰਾਪਤ ਕਰ ਸਕਦੇ ਹੋ। ਬਾਣੀ ਨੂੰ ਸੁਣ ਕੇ, ਨਾਮ ਬਾਣੀ ਨੂੰ ਸਮਝ ਕੇ ਤੁਸੀਂ ਉਹ ਅਵਸਥਾ ਪ੍ਰਾਪਤ ਕਰ ਲੈਂਦੇ ਹੋ ਜਿਹਦੇ ਵਿੱਚ ਸਾਰੇ ਹੀ ਬ੍ਰਹਿਮੰਡ ਦਾ ਗਿਆਨ ਤੁਹਾਨੂੰ ਪ੍ਰਾਪਤ ਹੋ ਸਕਦਾ। ਸੁਣਿਆ ਦੀਪ ਲੋ ਪਾਤਾਲ, ਇਸੇ ਤਰ੍ਹਾਂ ਹੀ ਦੀਪ, ਧਰਤੀ ਦੇ ਕਿਤਨੇ ਖੰਡ ਹਨ। 9 ਖੰਡ ਆਮ ਤੌਰ ਤੇ ਮੰਨੇ ਜਾਂਦੇ ਨੇ। ਸਪਤਦੀਪ ਵੀ ਕਿਹਾ ਜਾਂਦਾ ਹੈ। ਕਿਤਨੇ ਕੰਟੀਨੈਂਟਸ ਹਨ, ਕਿਤਨੇ ਭੂਖੰਡ ਹਨ ਧਰਤੀ ਦੇ। ਇਹਨਾਂ ਦਾ ਗਿਆਨ ਵੀ ਹਾਸਲ ਕਰਨਾ ਹੋਵੇ ਤਾਂ ਸਧਾਰਨ ਮਨੁੱਖ ਨੂੰ ਬਹੁਤ ਵੱਡਾ ਜ਼ੋਰ ਲਗਾਉਣਾ ਪੈਂਦਾ ਹੈ ਕਿ ਸੌਖਾ ਨਹੀਂ ਹੈ। ਮਹਾਰਾਜ ਜੀ ਕਹਿੰਦੇ ਨੇ, ਜਦੋਂ ਅਸੀਂ ਪ੍ਰਭੂ ਦੇ ਨਾਮ ਨੂੰ ਸੁਣਦੇ ਹਾਂ, ਪ੍ਰਭੂ ਦੀ ਸਿਫਤ ਸਲਾਹ ਸੁਣਦੇ ਹਾਂ, ਸਾਨੂੰ ਇਸ ਗਿਆਨ ਦੀ ਵੀ ਪ੍ਰਾਪਤੀ ਹੋ ਜਾਂਦੀ ਹੈ, ਇਹਦੀ ਵੀ ਸਮਝ ਆ ਜਾਂਦੀ ਹੈ। ਦੀਪ ਲੋ, ਲੋ ਮੈਨੇ ਲੋਕ, ਜਿਵੇਂ ਇਹ ਸਾਡਾ ਸੰਸਾਰ ਹੈ ਜਿੱਥੇ ਅਸੀਂ ਰਹਿ ਰਹੇ ਹਾਂ, ਇਹ ਮਾਤ ਲੋਕ ਹੈ। ਇਸੇ ਤਰ੍ਹਾਂ ਖਿਆਲ ਕੀਤਾ ਜਾਂਦਾ ਕਿ ਹੋਰ ਵੀ ਬਹੁਤ ਥਾਵਾਂ ਤੇ ਇਹੋ ਜਿਹੇ ਸੰਸਾਰ ਵਸੇ ਹੋਏ। ਕੋਈ ਪਤਾਲ ਲੋਕ ਹੈ, ਕੋਈ ਆਕਾਸ਼ ਲੋਕ ਹੈ, ਕੋਈ ਬ੍ਰਹਮ ਲੋਕ ਹੈ,
ਕੋਈ ਵਿਸ਼ਨੂੰ ਲੋਕ ਹੈ, ਕੋਈ ਸਵਰਗ ਲੋਕ ਹੈ, ਅਨੇਕਾਂ ਹੀ ਲੋਕ, ਅਨੇਕਾਂ ਹੀ ਸੰਸਾਰ ਸਾਡੇ ਇਤਿਹਾਸ ਨੇ ਸੋਚੇ ਨੇ, ਔਰ ਉਹਨਾਂ ਬਾਰੇ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ, ਔਰ ਉਹਨਾਂ ਤੱਕ ਸਾਡੀ ਪਹੁੰਚ ਨਹੀਂ। ਮਹਾਰਾਜ ਜੀ ਕਹਿੰਦੇ ਕਿ ਸੁਣਨ ਨਾਲ ਸਾਨੂੰ ਉਹਨਾਂ ਦੀ ਵੀ ਸਮਝ ਆ ਜਾਂਦੀ ਹੈ। ਲੋਕ ਲਈ ਸ਼ਬਦ ਲੋ ਵਰਤਿਆ ਹੈ, ਜੋ ਲੋਕ ਤੋਂ ਹੀ ਬਣਿਆ ਹੈ। ਸੁਣਿਐ ਦੀਪ ਲੋ ਪਾਤਾਲ, ਪਾਤਾਲ ਲੋਕ ਜੋ ਸਾਡੇ ਹੇਠਾਂ ਦੀ ਧਰਤੀ ਹੈ। ਆਕਾਸ਼ ਉੱਪਰ ਹੈ, ਪਾਤਾਲ ਹੇਠਾਂ। ਔਰ ਐਸਾ ਖਿਆਲ ਕੀਤਾ ਜਾਂਦਾ ਹੈ ਕਿ ਜਿਵੇਂ ਆਕਾਸ਼ ਵਿੱਚ ਅਨੇਕਾਂ ਪਲੈਨਟਸ ਹਨ, ਇਸੇ ਤਰ੍ਹਾਂ ਹੇਠਾਂ ਵੀ ਅਨੇਕਾਂ ਹੀ ਧਰਤੀਆਂ ਹਨ। ਮਹਾਰਾਜ ਜੀ ਕਹਿੰਦੇ ਕਿ ਇਸ ਗੱਲ ਦੀ ਵੀ, ਇਸ ਗਿਆਨ ਦੀ ਵੀ ਸਾਨੂੰ ਸੁਣ ਕੇ ਪ੍ਰਾਪਤੀ ਹੋ ਸਕਦੀ ਹੈ। ਜੇ ਅਸੀਂ ਆਪਣੇ ਇਸ਼ਟ ਨੂੰ, ਜਿਹਨੂੰ ਅਸੀਂ ਪਵਿੱਤਰ ਸਮਝਦੇ ਹਾਂ, ਜਿਹਦੀ ਅਸੀਂ ਪੂਜਾ ਕਰਦੇ ਹਾਂ, ਅਕਾਲ ਨੂੰ, ਪਰਮਾਤਮਾ ਨੂੰ, ਵਾਹਿਗੁਰੂ ਨੂੰ, ਅਕਾਲ ਪੁਰਖ ਨੂੰ ਧਿਆਨ ਵਿੱਚ ਰੱਖ ਕੇ ਉਹਦਾ ਜਸ ਸਰਵਣ ਕਰਕੇ, ਉਹਦੀ ਪ੍ਰਸ਼ੰਸਾ ਸਰਵਣ ਕਰਕੇ, ਉਸ ਕਾਵਿ ਨੂੰ, ਉਸ ਬਾਣੀ ਨੂੰ ਸਰਵਣ ਕਰਕੇ ਜਿਹਦੇ ਵਿੱਚ ਇਹ ਪ੍ਰਸ਼ੰਸਾ ਹੋ ਰਹੀ ਹੈ, ਮਹਾਰਾਜ ਜੀ ਕਹਿੰਦੇ ਕਿ ਸਾਨੂੰ ਇਹਨਾਂ ਦੀ ਸਮਝ ਆ ਜਾਏਗੀ। ਸਾਨੂੰ ਇਸ ਸਾਰੇ ਗਿਆਨ ਦੀ ਵੀ ਸੁਣਨ ਦੁਆਰਾ ਪ੍ਰਾਪਤੀ ਹੋ ਸਕਦੀ ਹੈ। ਸੁਣਿਐ ਪੋਹੇ ਨ ਸਕੈ ਕਾਲ, ਕਾਲ ਸਮਾਂ, ਮੌਤ। ਸਾਡੀ ਪਰੰਪਰਾ ਵਿੱਚ ਐਸਾ ਖਿਆਲ ਕੀਤਾ ਜਾਂਦਾ ਹੈ ਕਿ ਜਦੋਂ ਮਨੁੱਖ ਮਰਦਾ ਹੈ ਤਾਂ ਉਸ ਨੂੰ ਜਮਦੂਤ ਲੈਣ ਆਉਂਦੇ ਨੇ। ਉਹਦੇ ਕਰਮਾਂ ਦੇ ਹਿਸਾਬ ਨਾਲ ਉਸ ਨੂੰ ਸਵਰਗ ਤੇ ਨਰਕ ਦੀ ਪ੍ਰਾਪਤੀ ਹੁੰਦੀ ਹੈ, ਜਾਂ ਆਵਾਗਮਨ ਦੇ ਜਿਹੜੇ ਹੋਰ ਚੱਕਰ ਹਨ ਉਹਨਾਂ ਦੀ ਯਾਤਰਾ ਵਿੱਚ ਉਹ ਪੈ ਜਾਂਦਾ ਹੈ। ਉਹ ਜਮਦੂਤ ਉਸ ਨੂੰ ਤੰਗ ਵੀ ਕਰਦੇ ਹਨ। ਜੇ ਉਸਨੇ ਮਾੜੇ ਕੰਮ ਕੀਤੇ ਹੋਏ ਨੇ ਤਾਂ ਉਸ ਨੂੰ ਤੰਗ ਵੀ ਕਰਦੇ ਹਨ, ਮਾਰਦੇ ਵੀ ਹਨ। ਜਮ ਦਾ ਡੰਡਾ ਬੜਾ ਮਸ਼ਹੂਰ ਹੈ ਕਿ ਉਹਨਾਂ ਕੋਲ ਮੋਟੇ ਡੰਡੇ ਹੁੰਦੇ ਨੇ ਜਿਹਦੇ ਨਾਲ ਉਹ ਜੀਵ ਨੂੰ ਮਾਰਦੇ ਨੇ। ਬਾਬਾ ਫਰੀਦ ਜੀ ਨੇ ਵੀ ਲਿਖਿਆ ਹੈ, ਜਿੱਤ ਦਿਹਾੜੇ ਤਨਵਰੀ ਸਾਹੇ ਲਏ ਲਿਖਾਏ। ਜਿਸ ਦਿਨ ਮਰਨਾ ਹੈ ਉਹ ਦਿਨ ਮਿਥਿਆ ਹੋਇਆ ਹੈ, ਜਿਵੇਂ ਇਸਤਰੀ ਦੇ ਵਿਆਹ ਦੀ ਤਰੀਕ ਮਿਥੀ ਹੁੰਦੀ, ਸਾਹਾ ਕੱਢਿਆ ਹੁੰਦਾ। ਮਲਕ ਜੇ ਕੰਨੀ ਸੁਣੀ ਦਾ ਮੋਹਿਤ ਖਾਲੇ ਆਏ। ਮਲਕ ਫਰਿਸ਼ਤਾ, ਮੌਤ ਦਾ ਫਰਿਸ਼ਤਾ ਜਿਹੜਾ ਸੁਣਦੇ ਰਹੇ ਨੇ ਕੰਨਾਂ ਦੇ ਨਾਲ ਕਿ ਹੁੰਦਾ ਹੈ, ਉਹ ਸਾਡੇ ਸਾਹਮਣੇ ਆ ਜਾਂਦਾ ਹੈ। ਮੋਹਿਤ ਖਾਲੇ ਆਏ, ਜਿੰਦ ਨਮਾਣੀ ਕੱਢੀਏ ਹੱਡਾਂ ਨੂੰ ਕੁੜਕਾਏ। ਫਿਰ ਉਸ ਸਰੀਰ ਵਿੱਚੋਂ ਜਾਨ ਨੂੰ ਕੱਢ ਲੈਂਦਾ ਹੈ। ਕਿਸ ਤਰ੍ਹਾਂ ਕੱਢਦਾ? ਹੱਡਾਂ ਨੂੰ ਕੜਕਾ ਕੇ, ਦੁਖੀ ਕਰਕੇ, ਤੰਗ ਕਰਕੇ। ਸੋ ਇਸਲਾਮ ਵਿੱਚ ਵੀ ਔਰ ਹਿੰਦੂ ਧਰਮ ਦੇ ਵਿੱਚ ਵੀ ਇਹ ਕਾਲ ਦੀ ਸ਼ਕਤੀ, ਮੌਤ ਦੀ ਸਜ਼ਾ ਦਾ ਬੜਾ ਹੀ ਵਿਸਥਾਰ ਵਿੱਚ ਵਰਣਨ ਹੈ। ਮਹਾਰਾਜ ਜੀ ਸਾਨੂੰ ਕਹਿੰਦੇ ਨੇ ਕਿ ਭਾਈ ਇਹਦੇ ਤੋਂ ਵੀ ਬਚਿਆ ਜਾ ਸਕਦਾ। ਕਿਵੇਂ ਬਚਿਆ ਜਾ ਸਕਦਾ ਹੈ? ਸੁਣ ਕੇ। ਸੁਣਿਐ ਪੋਹੇ ਨ ਸਕੈ ਕਾਲ। ਜੇ ਅਸੀਂ ਬਾਣੀ ਨੂੰ ਸੁਣਾਂਗੇ, ਆਪਣੇ ਕੰਨਾਂ ਨੂੰ ਬਾਣੀ ਤੇ ਕੇਂਦਰਿਤ ਕਰ ਲਵਾਂਗੇ, ਹੋਰ ਚੀਜ਼ਾਂ ਵੱਲੋਂ ਹਟਾ ਕੇ ਬਿਰਤੀਆਂ ਨੂੰ ਜੋੜ ਲਵਾਂਗੇ, ਤਾਂ ਮਹਾਰਾਜ ਜੀ ਕਹਿੰਦੇ ਕਿ ਸਾਨੂੰ ਮੌਤ ਦਾ ਡਰ ਨਹੀਂ ਵਿਆਪ ਸਕੇਗਾ। ਸਾਨੂੰ ਜਮਦੂਤ ਤੰਗ ਨਹੀਂ ਕਰ ਸਕਣਗੇ। ਉਹ ਨਾ ਸਕਣਾ, ਮਾੜਾ ਮੋਟਾ ਵੀ ਅਸਰ ਨਹੀਂ ਹੋਏਗਾ, ਕਿਉਂਕਿ ਅਸੀਂ ਨਾਮ ਤੇ ਸਿਮਰਨ ਦੀ ਕਮਾਈ ਕੀਤੀ ਹੋਏਗੀ।
ਇਸ ਕਰਕੇ ਕਾਲ ਸਾਡਾ ਕੁਝ ਵਿਗਾੜ ਨਹੀਂ ਸਕੇਗਾ। ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ। ਜਮਦੂਤ ਵੀ ਨਾਮ ਦੀ ਗੱਲ ਸੁਣ ਕੇ ਭੱਜ ਜਾਂਦੇ ਨੇ, ਸੁਣਨ ਵਾਲੇ ਨੂੰ ਉਹ ਤੰਗ ਨਹੀਂ ਕਰ ਸਕਦੇ। ਸੋ ਮਹਾਰਾਜ ਜੀ ਕਹਿੰਦੇ ਨੇ ਕਿ ਸੁਣੀਏ ਪੋਹੇ ਨਾ ਸਕੈ ਕਾਲ। ਸੋ ਕਾਲ ਸਾਨੂੰ ਦੁਖੀ ਨਹੀਂ ਕਰਦਾ ਜੇ ਅਸੀਂ ਸੁਣਦੇ ਹਾਂ, ਨਾਮ ਨੂੰ ਸੁਣਦੇ ਹਾਂ, ਪ੍ਰਭੂ ਦੀ ਬਾਣੀ ਨੂੰ ਸੁਣਦੇ ਹਾਂ। ਅੰਤਲੀਆਂ ਪੰਕਤੀਆਂ ਵਿੱਚ ਮਹਾਰਾਜ ਜੀ ਬਹੁਤ ਹੀ ਖੂਬਸੂਰਤ ਵਿਚਾਰ ਸਾਨੂੰ ਦੇ ਰਹੇ ਹਨ। ਨਾਨਕ ਭਗਤਾਂ ਸਦਾ ਵਿਗਾਸ। ਮਹਾਰਾਜ ਕਹਿੰਦੇ ਨੇ ਕਿ ਜਿਹੜੇ ਨਾਮ ਬਾਣੀ ਨੂੰ ਸੁਣਨ ਵਾਲੇ ਹਨ ਉਹ ਪ੍ਰਭੂ ਦੇ ਭਗਤ ਹਨ, ਉਹ ਪ੍ਰਭੂ ਦੇ ਸੰਤ ਹਨ, ਉਹ ਪ੍ਰਭੂ ਦੇ ਸਾਧ ਹਨ, ਉਹ ਪ੍ਰਭੂ ਦੇ ਸੇਵਕ ਹਨ। ਅਤੇ ਕਿਉਂਕਿ ਉਹ ਸੁਣਦੇ ਹਨ, ਇਸ ਕਰਕੇ ਉਹਨਾਂ ਦੀ ਅਵਸਥਾ ਸਦਾ ਵਿਕਾਸ ਵਾਲੀ ਹੋ ਜਾਂਦੀ ਹੈ। ਵਿਕਾਸ ਖੇੜੇ ਨੂੰ ਕਹਿੰਦੇ ਨੇ। ਜਿਵੇਂ ਫੁੱਲ ਪੂਰੀ ਤਰ੍ਹਾਂ ਖਿੜਿਆ ਹੋਇਆ ਸੁੰਦਰ ਲੱਗਦਾ ਹੈ, ਸਾਨੂੰ ਪ੍ਰਸੰਨ ਕਰਦਾ ਹੈ, ਉਸ ਨੂੰ ਵੇਖ ਕੇ ਸਾਨੂੰ ਖੁਸ਼ੀ ਮਿਲਦੀ ਹੈ, ਉਸ ਫੁੱਲ ਨੂੰ ਵੀ ਖੁਸ਼ੀ ਮਿਲਦੀ ਹੈ ਕਿ ਪੂਰੇ ਜੋਬਨ ਦੇ ਉੱਤੇ। ਤਾਂ ਮਹਾਰਾਜ ਕਹਿੰਦੇ ਕਿ ਸੁਣਨ ਵਾਲੇ ਜਿਹੜੇ ਵਾਹਿਗੁਰੂ ਦੇ ਭਗਤ ਨੇ ਉਹ ਉਸ ਅਵਸਥਾ ਵਿੱਚ ਪਹੁੰਚ ਜਾਂਦੇ ਨੇ ਜਿੱਥੇ ਸਦਾ ਹਮੇਸ਼ਾ ਹਰ ਵੇਲੇ ਖੇੜਾ ਰਹਿੰਦਾ ਹੈ, ਚਾਅ ਰਹਿੰਦਾ ਹੈ, ਖੁਸ਼ੀ ਰਹਿੰਦੀ ਹੈ। ਸੁਣਨ ਵਾਲਿਆਂ ਨੂੰ ਕਦੀ ਉਦਾਸੀ ਨਹੀਂ ਹੁੰਦੀ, ਨਿਰਾਸ਼ਤਾ ਨਹੀਂ, ਉਹ ਦੁਖੀ ਨਹੀਂ ਹੁੰਦੇ। ਮਹਾਰਾਜ ਜੀ ਕਹਿ ਰਹੇ ਨੇ ਸੁਣਿਐ ਦੁਖ ਪਾਪ ਕਾ ਨਾਸ। ਸੁਣਿਐ ਦੁਖ ਪਾਪ ਕਾ ਨਾਸ। ਦੁੱਖ ਨਾਨਕ ਦੁਖੀਆ ਸਭ ਸੰਸਾਰ। ਸਾਰਾ ਸੰਸਾਰ ਦੁੱਖਾਂ ਨਾਲ ਪੀੜਤ ਹੈ। ਕਿਸੇ ਨੂੰ ਕੋਈ ਦੁੱਖ ਹੈ, ਕਿਸੇ ਨੂੰ ਕੋਈ ਮੁਸੀਬਤ ਹੈ, ਸਾਰਾ ਸੰਸਾਰ ਹੀ ਦੁਖੀ ਹੈ। ਮਹਾਰਾਜ ਜੀ ਕਹਿੰਦੇ ਨੇ ਕਿ ਜਿਹੜਾ ਨਾਮ ਸੁਣਦਾ ਹੈ, ਬਾਣੀ ਨੂੰ ਸਰਵਣ ਕਰਦਾ ਹੈ, ਸਤਸੰਗ ਵਿੱਚ ਆ ਕੇ ਆਪਣੇ ਕੰਨਾਂ ਨੂੰ ਕਥਾ ਤੇ ਕੀਰਤਨ ਦੇ ਨਾਲ ਜੋੜਦਾ ਹੈ, ਉਹਦੇ ਦੁੱਖ ਦੂਰ ਹੋ ਜਾਂਦੇ ਨੇ, ਨਾਸ ਹੋ ਜਾਂਦੇ ਨੇ। ਨਾ ਕੇਵਲ ਦੁੱਖ ਹੀ ਨਾਸ ਹੁੰਦੇ ਨੇ, ਉਹਦੇ ਪਾਪ ਵੀ ਖਤਮ ਹੋ ਜਾਂਦੇ ਨੇ, ਪਾਪਾਂ ਦਾ ਵੀ ਨਾਸ ਹੋ ਜਾਂਦਾ ਹੈ। ਮਨੁੱਖ ਸਾਰੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਮਾੜੇ ਕੰਮ ਕਰਦਾ ਰਹਿੰਦਾ ਹੈ, ਜਿਨ੍ਹਾਂ ਨੂੰ ਅਸੀਂ ਚਰਮ ਅਵਸਥਾ ਵਿੱਚ ਆਉਣ 'ਤੇ ਪਾਪ ਕਹਿ ਦਿੰਦੇ ਹਾਂ। ਜੋ ਮਿਥੀ ਹੋਈ ਧਾਰਮਿਕ ਵਿਧੀ ਦੇ ਉਲਟ ਚੀਜ਼ਾਂ ਹਨ, ਉਹ ਪਾਪ ਹਨ। ਉਹਨਾਂ ਪਾਪਾਂ ਨੂੰ ਬਖਸ਼ਾਉਣ ਵਾਸਤੇ ਲੋਕ ਕਈ ਪ੍ਰਕਾਰ ਦੇ ਉਪਰਾਲੇ ਕਰਦੇ ਨੇ, ਦਾਨ ਕਰਦੇ ਨੇ, ਪੁੰਨ ਕਰਦੇ ਨੇ, ਤੀਰਥਾਂ 'ਤੇ ਜਾਂਦੇ ਨੇ, ਪਵਿੱਤਰ ਨਦੀਆਂ ਦੇ ਇਸ਼ਨਾਨ ਕਰਦੇ ਨੇ ਕਿ ਸਾਡੇ ਪਾਪ ਧੋਤੇ ਜਾਣ। ਮਹਾਰਾਜ ਜੀ ਕਹਿੰਦੇ ਨੇ ਕਿ ਕੁਝ ਵੀ ਕਰਨ ਦੀ ਲੋੜ ਨਹੀਂ, ਸਤਸੰਗ ਵਿੱਚ ਆ ਕੇ ਨਾਮ ਤੇ ਬਾਣੀ ਨੂੰ ਸੁਣੋ, ਕੰਨ ਇੱਧਰ ਲਾ ਲਓ, ਹੋਰ ਪਾਸਿਆਂ ਵੱਲੋਂ ਧਿਆਨ ਹਟਾ ਕੇ ਆਪਣੇ ਸਰਵਨ ਉਸ ਅਕਾਲ ਪੁਰਖ ਦੀ ਅਗੰਮੀ ਜੋਤ ਦੀ ਪ੍ਰਸ਼ੰਸਾ ਨਾਲ ਜੋੜ ਲਓ, ਉਹਦੀ ਸਿਫਤ ਸਲਾਹ ਵਿੱਚ ਸ਼ਾਮਲ ਕਰ ਲਓ ਇਹਨਾਂ ਨੂੰ। ਤਾਂ ਤੁਹਾਡੇ ਸਾਰੇ ਪਾਪ ਇੱਥੇ ਬੈਠਿਆਂ ਹੀ, ਸਤਸੰਗ ਵਿੱਚ ਬੈਠਿਆਂ ਹੀ ਕੱਟੇ ਜਾਣਗੇ। ਮੈਲ ਖੋਈ ਕੋਟ ਅਗ ਹਰੇ, ਨਿਰਮਲ ਭੈ ਚੀਤਾ। ਕਿਉਂਕਿ ਸਤਸੰਗ ਵਿੱਚ ਪਾ ਕੇ ਕਰੋੜਾਂ ਪਾਪ ਕੱਟੇ ਜਾਂਦੇ ਨੇ, ਮਨ ਦੀ ਮੈਲ ਜਿਹੜੀ ਹੈ ਇਹ ਧੋਤੀ ਜਾਂਦੀ ਹੈ। ਇਸ ਲਈ ਸਾਧ ਸੰਗਤ, ਗੁਰਸਿੱਖ ਨੇ ਸੁਣਨ ਨੂੰ ਆਪਣਾ ਪ੍ਰਮੁੱਖ ਯਤਨ ਸਮਝਣਾ ਹੈ ਕਿ ਮੈਂ ਸਤਸੰਗ ਵਿੱਚ ਆਇਆ ਹਾਂ ਤਾਂ ਸੁਣਾ। ਇਹ ਨਾ ਹੋਵੇ ਕਿ ਘਰੋਂ ਉੱਠ ਕੇ ਸਤਸੰਗ ਵਿੱਚ ਆ ਜਾਵਾਂ, ਪਰ ਨਾਮ ਬਾਣੀ ਪ੍ਰਭੂ ਦੀ ਸਿਫਤ ਸਲਾਹ ਨੂੰ ਸੁਣਨ ਦੀ ਬਜਾਏ ਸਤਸੰਗ ਵਿੱਚ ਵੀ ਆ ਕੇ ਇੱਧਰ ਉੱਧਰ ਭਟਕਦਾ ਰਹਾਂ।
ਜੇ ਭਟਕਾਂਗਾ ਫਿਰ ਕੁਛ ਨਹੀਂ ਮਿਲੇਗਾ। ਜੇਕਰ ਇਹਦੇ ਨਾਲ ਜੁੜ ਜਾਵਾਂਗਾ, ਆਪਣੇ ਕੰਨਾਂ ਨੂੰ ਇਹਦੇ ਨਾਲ ਜੋੜ ਲਵਾਂਗਾ, ਤਾਂ ਮੇਰਾ ਸਭ ਤਰੀਕੇ ਦੇ ਨਾਲ ਕਲਿਆਣ ਹੋ ਜਾਏਗਾ, ਸੁੱਖ ਹੀ ਸੁੱਖ ਹੋ ਜਾਏਗਾ, खुशी ही खुशी हो जाएगी, खेड़ा ही खेड़ा हो जाएगा, पाप खत्म होंगे और मैं उस अगमी जोत दे नाल जुड़ के इस जीवन नूं सुंदर ते वधिया बना लवांगा ਅਤੇ आवागमन के चक्कर तो भी मेरा छुटकारा हो जाएगा। साध संगत, सतगुरु जी साडे ते बख्शिश करन, किरपा करन, असीं नाम ते बाणी नूं सुणीए, क्योंकि सुनन का बहुत ही भारी महत्व है, भारी महात्म है। और सतगुरु जी ने जपजी विच इस नूं विस्तार नाल बयान किया है। सतगुरु साडे ते बख्शिश करन, किरपा करन, मेहर करन, सानूं सुनन की आदत बने और असीं अपने इष्ट दे नाल जुड़ सकीए और उस दीआं खुशियां हासिल कर सकीए। वाहिगुरू जी का खालसा, वाहिगुरू जी की फतेह।